लेकिन एक गल मैं साझा करना चाहुंदा हैगा जिहड़ी कि साडे लई जरूरी है कि अपने उन्हां भैन भरावां दे नाल अपने कम्यूनिटी दे लोकां नाल साझा करन दे लई जिन्हां नूं अजां प्रभु यीशु जी दा पता नहीं है। इस वेले आपां देखिआ हैगा इन्हां दिनां विच महीने डेढ़ महीने विच भी दुनिया उथल-पुथल हो गई। हुण दुनिया ਉਹ नहीं रही, ना ही रहेगी। ਇਹ ਜਿਹੜਾ ਨਾਰਮਲ ਹੋਵੇਗਾ ਉਹ ਨਾਰਮਲ ਕਿੱਦਾਂ ਦਾ ਹੋਵੇਗਾ ਸਾਨੂੰ ਨਹੀਂ ਪਤਾ, ਇਹ ਰੱਬ ਹੀ ਜਾਣਦਾ ਹੈ। ਪਰ ਇਸ ਵੇਲੇ ਜਿਹੜੀ ਚੀਜ਼ਾਂ ਤੇ ਲੋਕਾਂ ਦਾ ਭਰੋਸਾ ਸੀਗਾ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਲੋਕਾਂ ਦੇ ਆਪਣੀ ਦੌਲਤ ਤੇ ਭਰੋਸਾ ਸੀ ਉਹ ਖਤਮ ਹੋ ਗਈ, ਇਨਵੈਸਟਮੈਂਟ ਤੇ ਭਰੋਸਾ ਸੀ ਉਹ ਖਤਮ ਹੋ ਗਈ, ਜੌਬਸ ਤੇ ਭਰੋਸਾ ਸੀ ਉਹ ਖਤਮ ਹੋ ਰਹੀਆਂ, ਸਿਹਤ ਤੇ ਭਰੋਸਾ ਉਹ ਵੀ ਹੁਣ ਹੌਲੀ ਹੌਲੀ ਖਤਮ ਹੋ ਰਿਹਾ। ਇਸ ਵੇਲੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਡਰ ਜੋ ਲੋਕਾਂ ਨੂੰ ਹੈਗਾ ਉਹ ਕਾਹਦਾ ਹੈ? ਸਭ ਤੋਂ ਵੱਡਾ ਡਰ ਤੁਹਾਡੇ ਖਿਆਲ 'ਚ ਉਹ ਡਰ ਕੀ ਹੈ? ਉਹ ਡਰ ਹੈ ਮੌਤ ਦਾ। ਮੌਤ ਦਾ ਸਭ ਲੋਕੀ ਮੌਤ ਤੋਂ ਡਰਦੇ ਹੈਗੇ। ਲੇਕਿਨ ਆਪਾਂ ਜਿਨ੍ਹਾਂ ਨੇ ਪ੍ਰਭੂ ਯਿਸੂ ਤੇ ਵਿਸ਼ਵਾਸ ਕਰ ਲਿਆ ਹੈਗਾ ਸਾਨੂੰ ਪਤਾ ਹੈਗਾ ਸਾਡਾ ਜੀਵਨ ਇਸ ਦੁਨੀਆ 'ਚ ਥੋੜੀ ਦੇਰ ਦਾ ਹੈ, ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਹੈਗਾ ਕਿ ਮਨੁੱਖਾਂ ਲਈ ਲਿਖਿਆ ਗਿਆ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਗਿਆ ਹੈ ਪਰ ਉਸ ਤੋਂ ਬਾਅਦ ਨਿਆਂ ਹੈ, ਸਾਨੂੰ ਪਤਾ ਹੈਗਾ। ਲੇਕਿਨ ਸਾਡਾ ਪ੍ਰਭੂ ਯਿਸੂ ਮਸੀਹ ਜਿਹੜੇ ਪਰਮੇਸ਼ਰ ਦੁਨੀਆ 'ਚ ਆਏ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਹਰ ਇੱਕ ਇਨਸਾਨ ਕੀ ਲੱਭ ਰਿਹਾ ਹੈਗਾ? ਜੀਵਨ ਲੱਭ ਰਿਹਾ ਹੈਗਾ। ਐਵਰੀਬਾਡੀ ਇਜ਼ ਲੁਕਿੰਗ ਫॉर ਲਾਈਫ। ਬਾਕੀ ਲੋਕ ਵੀ ਆਪਣੇ ਆਪਣੇ ਵਸੀਲਿਆਂ ਦੇ ਨਾਲ ਧਰਮਾਂ ਦੇ ਰਾਹੀਂ ਜ਼ਿੰਦਗੀ ਲੱਭ ਰਹੇ। ਉਹ ਸੋਚਦੇ ਹੈਗੇ ਕਿ ਇਸ ਜੀਵਨ ਤੋਂ ਬਾਅਦ ਸ਼ਾਇਦ ਕੋਈ ਹੋਰ ਜੀਵਨ, ਕੋਈ ਹੋਰ ਜੀਵਨ, ਕੋਈ ਹੋਰ ਜੀਵਨ। ਲੇਕਿਨ ਸਾਡੇ ਪ੍ਰਭੂ ਨੇ ਸਭ ਤੋਂ ਪਹਿਲੀ ਕੀ ਗੱਲ ਕਹੀ ਸੀ ਕਿ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜਿਉਂਦਾ ਰਹੇਗਾ। ਉਹਨੂੰ ਪਤਾ ਹੈਗਾ ਕਿ ਹਰ ਇੱਕ ਇਨਸਾਨ ਜੀਵਨ ਲੱਭਦਾ ਹੈਗਾ। ਸੋ ਉਸ ਪ੍ਰਭੂ ਪਰਮੇਸ਼ਰ ਦਾ, ਪ੍ਰਭੂ ਯਿਸੂ ਜੀ ਦਾ ਲੱਖ ਲੱਖ ਧੰਨਵਾਦ ਜਿਹਨੇ ਸਾਨੂੰ ਇਹ ਆਸ਼ਵਾਸਨ ਦੇ ਦਿੱਤਾ ਹੈਗਾ ਕਿ ਅਸੀਂ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕਰ ਲਿਆ ਹੈਗਾ ਅਸੀਂ ਭਾਵੇਂ ਇੱਥੇ ਨਾ ਵੀ ਹੋਈਏ, ਭਾਵੇਂ ਮਰ ਵੀ ਜਾਈਏ ਤਾਂ ਵੀ ਅਸੀਂ ਜਿਉਂਦੇ ਰਹਾਂਗੇ ਤੇ ਜਿਹੜੇ ਜਿਉਂਦੇ ਹੈ ਉਹ ਕਦੇ ਨਹੀਂ ਮਰਨਗੇ, ਉਹਦਾ ਵਾਅਦਾ ਹੈ। ਤਾਂ ਇਹੀ ਜਿਹੜੀ ਚੀਜ਼ ਹੈਗੀ ਮੈਂ ਇਸ ਗੱਲ ਤੇ ਦੇਣਾ ਚਾਹੁੰਦਾ ਜ਼ਿਆਦਾ ਜ਼ੋਰ ਕਿ ਆਪਾਂ ਨੂੰ ਇਹਨਾਂ ਦਿਨਾਂ ਵਿੱਚ ਜਿੰਨੇ ਵੀ ਆਪਣੇ ਕਮਿਊਨਿਟੀ ਦੇ ਲੋਕੀ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਉਹਨਾਂ ਨਾਲ ਸਾਂਝਾ ਕਰਨ ਦੇ ਲਈ ਇਹ ਇੱਕ ਬਹੁਤ ਚੰਗਾ ਮੌਕਾ ਹੈ, ਕਿਉਂਕਿ ਜਦੋਂ ਏਦਾਂ ਦਾ ਮੌਕਾ ਹੁੰਦਾ ਹੈਗਾ ਲੋਕਾਂ ਦੇ ਥੋੜਾ ਖੁੱਲੇ ਹੁੰਦੇ ਹੈ ਕਿਉਂਕਿ ਉਹਨਾਂ ਦਾ ਭਰੋਸਾ ਬਾਕੀ ਚੀਜ਼ਾਂ ਉੱਠ ਕੇ ਆਏਗਾ। ਇਸ ਕਰਕੇ ਸਾਡਾ ਫਰਜ਼ ਬਣਦਾ ਹੈਗਾ ਅਸੀਂ ਇਹਨਾਂ ਦਿਨਾਂ ਵਿੱਚ ਜਿੱਥੇ ਸਾਨੂੰ ਮੌਕਾ ਮਿਲਦਾ ਹੈਗਾ ਆਪਣੇ ਜੀਵਨ ਦੇ ਰਾਹੀਂ, ਆਪਣੀ ਗੱਲਬਾਤ ਦੇ ਰਾਹੀਂ, ਆਪਣੇ ਉੱਠਣੇ ਬੈਠਣੇ ਦੇ ਰਾਹੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਇਸ ਦੁਨੀਆ ਤੋਂ ਬਾਅਦ ਸਾਨੂੰ ਪਤਾ ਸੀ ਕਿੱਥੇ ਜਾ ਰਹੇ। ਕੀ ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਜਾ ਰਹੇ? ਓਕੇ, ਸੋ ਮੈਨੂੰ ਦੱਸਿਆ ਗਿਆ ਸੀ, ਪਾਸਟਰ ਬਲਵੰਤ ਨੇ ਦੱਸਿਆ ਸੀ ਵੀ ਅਸੀਂ ਦੋ ਗੱਲਾਂ ਤੇ ਵਿਚਾਰ ਕਰ ਰਹੇ ਹਾਂ ਇਹਨਾਂ ਦਿਨਾਂ ਵਿੱਚ। ਉਹ ਪਹਿਲੀ ਗੱਲ ਤਾਂ ਹੈਗੀ ਕਿ ਪਰਮੇਸ਼ਰ ਦੀ ਫੇਥਫੁਲਨੈਸ ਆਫ ਗॉड ਔਰ ਉਸ ਤੋਂ ਬਾਅਦ ਫਿਰ ਆਪਣੀ ਉਹਦੇ ਨਿਰਭਰਤਾ ਐਂਡ ਆਵਰ ਡਿਪੈਂਡੈਂਸ ਔਨ ਗॉड। ਪ੍ਰਭੂ ਯਿਸੂ ਮਸੀਹ ਔਰ ਪ੍ਰਭੂ ਪਰਮੇਸ਼ਰ ਸਾਡਾ ਯਹੋਵਾ ਸ਼ੁਰੂ ਤੋਂ ਹੀ ਆਪਣੇ ਲੋਕਾਂ ਨੂੰ ਦੱਸਦਾ ਆ ਰਿਹਾ ਹੈਗਾ ਕਿ ਉਹ ਵਫਾਦਾਰ, ਉਹਦੇ ਪਰ ਭਰੋਸਾ ਹੈ ਕੀਤਾ ਜਾ ਸਕਦਾ ਹੈ, ਉਹ ਭਰੋਸੇਯੋਗ ਹੈ। ਇਹ ਕੋਈ ਵੀ ਇਨਸਾਨ ਚਾਹੇ ਕੋਈ ਵੀ ਹੋਵੇ ਉਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਕੇਵਲ ਪਰਮੇਸ਼ਰ ਤੇ ਭਰੋਸਾ ਕੀਤਾ ਜਾ ਸਕਦਾ ਹੈ। ਪ੍ਰਭੂ ਦੇ ਵਚਨ 'ਚ ਲਿਖਿਆ ਹੈਗਾ ਡਿਊਟਰੋਨੋਮੀ ਵਿੱਚ ਕਿ ਜਾਣੋ ਕਿ ਤੁਹਾਡਾ ਪ੍ਰਭੂ ਪਰਮੇਸ਼ਰ ਹੈ ਜਿਹੜਾ ਕਿ ਵਫਾਦਾਰ ਹੈ ਔਰ ਜਿਹੜਾ ਆਪਣੇ ਵਾਅਦੇ 1000 ਜਨਰੇਸ਼ਨ ਤੱਕ ਰੱਖਦਾ ਹੈ। ਜਿਹੜੇ ਉਹਦੇ ਵਾਅਦੇ ਹੈਗੇ ਉਹ ਖਤਮ ਨਹੀਂ ਹੁੰਦੇ। ਸਾਨੂੰ ਖੁਸ਼ੀ ਹੈ ਕਿ ਅਸੀਂ ਉਸ ਪਰਮੇਸ਼ਰ ਦੀ ਪੂਜਾ ਕਰਦੇ ਹਾਂ ਜਿਹੜਾ ਭਰੋਸੇਯੋਗ ਹੈਗਾ, ਜਿਹਦੇ ਪਰ ਭਰੋਸਾ ਕੀਤਾ ਜਾ ਸਕਦਾ, ਵਫਾਦਾਰ ਹੈ। ਫਿਰ ਪ੍ਰਭੂ ਦੇ ਵਚਨ ਨੇ ਸਾਨੂੰ ਦੂਸਰੇ ਤਿਮੋਥੀ ਦੇ ਉਹਦੇ ਦੂਜੇ ਦਾ ਤੀਜੇ 13 ਦੱਸਦਾ ਹੈਗਾ ਕਿ ਭਾਵੇਂ ਅਸੀਂ ਵਫਾਦਾਰ ਨਾ ਹੋਈਏ ਲੇਕਿਨ ਉਹ ਵਫਾਦਾਰ ਰਹੇਗਾ
क्योंकि वो अपने आप का इनकार नहीं कर सकता, वो परमेश्वर है। ਸਾਡੇ ਲਈ ਕਿੰਨੀ ਖੁਸ਼ੀ ਦੀ ਗੱਲ ਹੈਗੀ ਕਿ ਅਸੀਂ ਉਸ ਪਰਮੇਸ਼ਰ ਦੀ ਪੂਜਾ ਕਰਦੇ ਹੈਗੇ, ਜਿਹੜਾ ਕਿ ਭਾਵੇਂ ਅਸੀਂ ਵਫਾਦਾਰ ਨਾ ਰਹੀਏ ਲੇਕਿਨ ਉਹ ਵਫਾਦਾਰ ਰਹੇ। ਪ੍ਰਭੂ ਨੇ ਸਾਨੂੰ ਦਿਖਾਇਆ ਕਿ ਤੁਸੀਂ ਤਾਂ ਇਨਸਾਨ ਹੈਗੇ, ਮੈਂ ਪਰਮੇਸ਼ਰ ਹੈ, ਮੈਂ ਤੁਹਾਡੇ ਵਰਗਾ ਨਹੀਂ ਹੈਗਾ। ਫਿਰ ਆਪਾਂ ਇਹਨਾਂ ਦਿਨਾਂ ਵਿੱਚ ਮੇਰਾ ਖਿਆਲ ਆਪਾਂ ਸਭ 91 ਭਜਨ ਜਿਹੜਾ ਹੈਗਾ ਇਹ ਪੜ੍ਹਦੇ ਹੈਗੇ, ਜਿੱਥੇ ਕਿ ਪ੍ਰਭੂ ਨੇ ਕਿਹਾ ਕਿ ਜੇ ਉਹਦੀ ਸ਼ਰਨ ਵਿੱਚ ਰਹਿੰਦਾ ਹੈਗਾ, ਉਹਨੂੰ ਕੋਈ ਚੀਜ਼, ਕੋਈ ਬਾਬਾ ਉਹਦੇ ਨੇੜੇ ਨਹੀਂ ਆਵੇ। ਉਹਦੇ ਵਿੱਚ ਹੀ ਪ੍ਰਭੂ ਦਾ ਵਚਨ ਕਹਿੰਦਾ ਹੈਗਾ ਕਿ ਉਹ ਤੈਨੂੰ ਆਪਣਾ ਖੰਭਾਂ ਨਾਲ ਢੱਕ ਲਵੇਗਾ ਔਰ ਉਹਦੀ ਵਫਾਦਾਰੀ ਤੇਰੀ ਢਾਲ ਹੋਵੇਗੀ। ਉਹਦੀ ਵਫਾਦਾਰੀ, ਉਹ ਵਫਾਦਾਰ ਪ੍ਰਭੂ ਹੈ, ਉਹ ਆਪਣੇ ਵਾਅਦਿਆਂ ਨੂੰ ਭੁੱਲਦਾ ਨਹੀਂ ਹੈਗਾ। ਸਾਨੂੰ ਯਾਦ ਦਿਲਾਉਣ ਦੇ ਲਈ ਪ੍ਰਭੂ ਦਾ ਵਚਨ ਫਿਰ ਕਹਿੰਦਾ ਹੈਗਾ ਕਿਤਾਬ ਦੇ ਤੀਜੇ ਅਧਿਆਇ ਵਿੱਚ ਕਿ the Lord is faithful who will establish you and guard you from any evil। ਤੁਹਾਨੂੰ ਬਚਾ ਕੇ ਰੱਖੇਗਾ। ਇਹਨਾਂ ਦਿਨਾਂ ਵਿੱਚ ਆਪਾਂ ਸਭ ਦੇਖ ਰਹੇ ਹੈਗੇ ਕਿ ਕਿੰਨੇ ਲੋਕੀ ਆਪਾਂ ਚਾਰੇ ਪਾਸੇ ਕੋਈ ਦੁਖੀ ਹੈਗੇ, ਕੋਈ ਮੁਸ਼ਕਲ ਚ ਹੈਗੇ, ਕੋਈ ਬਿਮਾਰ ਹੈਗੇ, ਕੋਈ ਨਹੀਂ ਵੀ ਰਹੇ ਦੁਨੀਆ 'ਚ, ਲੇਕਿਨ ਆਪਾਂ ਨੂੰ ਪ੍ਰਭੂ ਨੇ ਸੰਭਾਲ ਕੇ ਰੱਖਿਆ, ਸਭ ਨੂੰ ਹੁਣ ਤੱਕ ਤੰਦਰੁਸਤੀ ਦਿੱਤੀ, ਜ਼ਿੰਦਗੀ ਬਖਸ਼ੀ। ਇਹ ਉਹਦੀ ਵਫਾਦਾਰੀ ਕਰਕੇ ਹੈ। ਉਹ ਵਫਾਦਾਰ ਪ੍ਰਭੂ ਹੈ ਔਰ ਉਹ ਖਾਸ ਕਰਕੇ ਸਾਨੂੰ ਯਾਦ ਦਿਲਾਉਂਦਾ ਹੈਗਾ ਯਹੂਨਾ ਦਾ ਪਹਿਲਾ ਯਹੂਨਾ ਉਹਦੇ ਪਹਿਲਾ ਅਧਿਆਇ ਵਿੱਚ ਕਿ ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ, ਇਕਰਾਰ ਕਰ ਲਈਏ, ਤਾਂ ਉਹ ਸਾਡੇ ਸਾਰੇ ਪਾਪਾਂ ਨੂੰ ਦੂਰ ਕਰਨ ਤੇ ਸਾਨੂੰ ਸਾਰੀ ਬਦਕਾਰੀ ਸਾਨੂੰ ਧੋਣ ਦੇ ਲਈ ਵਫਾਦਾਰ ਹੈ। ਉਹ ਵਫਾਦਾਰ ਪ੍ਰਭੂ ਹੈ। 119 ਭਜਨ 'ਚ ਪ੍ਰਭੂ ਦਾ ਵਚਨ ਕਹਿੰਦਾ ਹੈਗਾ your faithfulness ensures endures to all generation, you have established the earth and it stands forever। ਆਪਾਂ ਦੇਖਦੇ ਹੈਗੇ ਖਾਸ ਕਰਕੇ ਉਹ ਆਪਣੇ ਵਿੱਚ ਲੋਕੀ ਜਿਹੜੇ ਕਿ ਕੁਝ ਪਿਛਲੇ ਪੁਸ਼ਤਾਂ ਚੋਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਰਹੇ ਹੈਗੇ। ਆਪਾਂ ਇਸ ਗੱਲ ਨੂੰ ਕਹਿ ਸਕਦੇ ਹੈਗੇ ਕਿ ਸਾਡੇ ਬਜ਼ੁਰਗਾਂ ਤੇ ਜੋ ਪ੍ਰਭੂ ਨੇ ਕਿਰਪਾ ਕੀਤੀ ਸੀ, ਉਹਨਾਂ ਨੇ ਵਿਸ਼ਵਾਸ ਕੀਤਾ ਸੀ, ਉਸ ਕਿਰਪਾ ਦੇ ਰਾਹੀਂ ਸਾਡੇ ਤੇ ਹੁਣ ਕਿਰਪਾ ਹੋ ਰਹੀ ਹੈ। ਸਾਡੇ ਤੇ ਪ੍ਰਭੂ ਦੀ ਵਫਾਦਾਰੀ ਹੈ, ਸਾਡੀ ਪੁਸ਼ਤੇ, ਸਾਡੀ ਅਗਲੀ ਪੁਸ਼ਤੇ ਦੀ ਵਫਾਦਾਰੀ ਹੋ ਰਹੀ ਹੈ। ਉਹ ਪ੍ਰਭੂ ਏਦਾਂ ਦਾ ਪ੍ਰਭੂ ਆ ਜਿਹੜਾ ਕਿ ਭੁੱਲਦਾ ਨਹੀਂ ਹੈਗਾ। ਸੋ ਇਸ ਕਰਕੇ ਸਾਡੇ ਲਈ ਜ਼ਰੂਰੀ ਹੈਗਾ ਕਿ ਅਸੀਂ ਆਪਣੀ ਇਸ ਆਸ ਨੂੰ ਨਾ ਭੁੱਲੀਏ। ਉਹ ਉਮੀਦ ਜੋ ਕਿ ਇਟਰਨਲ ਹੋਪ ਹੈਗੀ, ਪ੍ਰਭੂ ਦੇ ਵਿਸਨ ਦਿੱਤੀ ਹੈਗੀ, ਉਹਨੂੰ ਭੁੱਲੀਏ ਨਾ, ਕਿਉਂਕਿ ਉਹ ਜਿਹਨੇ ਵਾਅਦਾ ਕੀਤਾ ਹੈਗਾ ਉਹ ਵਫਾਦਾਰ ਪ੍ਰਭੂ ਹੈ। ਹੁਣ ਆਉਂਦੀ ਗੱਲ ਆਪਣਾ ਪ੍ਰਭੂ ਤੇ ਆਪਣੇ ਭਰੋਸਾ, ਆਪਣਾ ਨਿਰਭਰ ਹੋਣਾ, ਆਪਣੀ ਡਿਪੈਂਡੈਂਸ। ਬਿਲਕੁਲ ਠੀਕ ਹੈ, ਕਿਉਂਕਿ ਉਸ ਤੋਂ ਬਗੈਰ ਤਾਂ ਅਸੀਂ ਇੱਕ ਪਲ ਵੀ ਨਹੀਂ ਜੀ ਸਕਦੇ। ਸਾਡਾ ਇੱਕ ਪਲ ਜਿਹੜਾ ਹੈਗਾ ਉਹਦੀ ਕਿਰਪਾ ਦੇ ਨਾਲ ਅਸੀਂ ਜਿਉਂਦੇ ਹਾਂ। ਪ੍ਰਭੂ ਪਰਮੇਸ਼ਰ ਉਹ ਸਾਨੂੰ ਦੱਸਦਾ ਹੈਗਾ ਕਿ ਹੀ ਇਜ਼ ਸੋਵਰਨ। ਇਹਨਾਂ ਹਾਲਾਤ ਵਿੱਚ ਜਦੋਂ ਆਪਾਂ ਲੰਘ ਰਹੇ ਹੈਗੇ, ਲੋਕੀ ਘਬਰਾਏ ਹੋਏ ਹੈਗੇ, ਦੁਨੀਆ ਘਬਰਾਈ ਹੋਈ ਹੈਗੀ, ਦੁਨੀਆ ਲੀਡਰ ਘਬਰਾਏ ਹੋਏ ਹੈਗੇ, ਲੇਕਿਨ ਆਪਾਂ ਨੂੰ ਜਿਹਨਾਂ ਨੇ ਵਿਸ਼ਵਾਸ ਕੀਤਾ ਹੈਗਾ, ਸਾਡਾ ਪ੍ਰਭੂ ਕਹਿੰਦਾ ਹੈਗਾ ਹੀ ਇਜ਼ ਸੋਵਰਨ। ਉਹ ਕੰਟਰੋਲ 'ਚ ਹੈਗਾ, ਉਹਨੂੰ ਪੂਰਾ ਪਤਾ ਹੈਗਾ, ਕਿਉਂਕਿ ਉਹ ਆਦ ਤੇ ਅੰਤ ਹੈ। ਜਿਹੜਾ ਅੰਤ ਨੂੰ ਆਦ ਵਿੱਚ ਜਾਣਦਾ ਹੈਗਾ, ਉਹਨੂੰ ਪਤਾ ਕਿ ਕੀ ਹੋ ਰਿਹਾ ਹੈ। ਐਸਾ ਜੋ ਕੁਝ ਹੋ ਰਿਹਾ ਹੈਗਾ, ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਕਿਉਂਕਿ ਪਰਮੇਸ਼ਰ ਜਾਣਦਾ ਕਿ ਇਹਦਾ ਕੀ ਮਕਸਦ ਹੈਗਾ, ਅੱਗੇ ਕੀ ਹੋਵੇਗਾ। ਲੇਕਿਨ ਅਸੀਂ ਇੱਕ ਗੱਲ ਜਾਣਦੇ ਹੈਗੇ ਕਿ ਜੋ ਕੁਝ ਪ੍ਰਭੂ ਦੇ ਵਚਨ 'ਚ ਲਿਖਿਆ ਹੈਗਾ ਉਹ ਪੂਰਾ ਹੋ ਰਿਹਾ ਹੈ। ਇਹ ਸਮਝ ਲਓ ਕਿ ਦੁਨੀਆ ਇਹ ਸਮਝ ਲਵੇ ਕਿ ਇਹ ਵੇਕਅਪ ਕਾਲ ਹੈਗੀ ਲੋਕਾਂ ਲਈ। ਜੇ ਲੋਕੀ ਇਹ ਸਮਝਦੇ ਹੈਗੇ ਵੀ ਇਸ ਤੋਂ ਬਾਅਦ ਹਾਲਾਤ ਚੰਗੇ ਹੋ ਜਾਣਗੇ ਤਾਂ ਭੁੱਲ ਜਾਣ। ਹਾਲਾਤ ਅੱਗੇ ਚੰਗੇ ਨਹੀਂ ਹੋਣੇ। ਇਹ ਪ੍ਰਭੂ ਸਭ ਨੂੰ ਮੌਕਾ ਦੇ ਰਿਹਾ ਹੈਗਾ ਕਿ ਹਰ ਇੱਕ ਇਨਸਾਨ ਆਪਣੇ ਪਾਪਾਂ ਤੋਂ ਤੋਬਾ ਕਰਕੇ ਸੱਚੇ ਪ੍ਰਭੂ ਯਿਸੂ ਨੂੰ ਧਿਆਨ
ਮੰਨ ਲੈਣ, ਵਿਸ਼ਵਾਸ ਕਰ ਲੈਣ, ਕਿਉਂਕਿ ਸਾਨੂੰ ਕੱਲ ਦਾ ਪਤਾ ਨਹੀਂ। ਅਸੀਂ ਆਮ ਤੌਰ ਤੇ ਪਲਾਨ ਕਰਦੇ ਹੈਗੇ ਅਗਲੇ ਸਾਲ ਦਾ, ਅਗਲੇ ਸਾਲਾਂ ਦਾ, ਲੇਕਿਨ ਪ੍ਰਭੂ ਦਾ ਵਚਨ ਸਾਨੂੰ ਯਾਦ ਕਰਾਉਂਦਾ ਹੈ ਯਾਕੂਬ ਦੇ ਖੱਤ ਵਿੱਚ ਕਿ ਸਾਡੇ ਜੀਵਨ ਤੋਂ ਬੁਲਬੁਲੇ ਵਾਂਗ ਹੈ, ਕਿ ਅਸੀਂ ਇੱਕ ਇਸ ਟਾਈਮ ਹੈ ਕਿ ਅੱਗੇ ਸਾਨੂੰ ਪਤਾ ਨਹੀਂ ਕਿ ਕੀ ਹੋਵੇਗਾ। ਸਾਡਾ ਪ੍ਰਭੂ ਸਾਨੂੰ ਕਹਿੰਦਾ ਹੈਗਾ ਕਿ ਹੀ ਇਜ਼ ਇਨ ਕੰਟਰੋਲ। ਸਾਨੂੰ ਕੁਝ ਵੀ ਹੋ ਜਾਵੇ, ਅਸੀਂ ਉਹਦੇ ਉੱਪਰ ਨਿਰਭਰ ਹੈ, ਉਹਦੇ ਉੱਪਰ ਸਾਡਾ ਭਰੋਸਾ ਹੈ। ਮੈਂ ਉਹਨਾਂ ਭੈਣ ਭਰਾਵਾਂ ਲਈ ਵੀ ਕਹਿੰਦਾ ਹੈਗਾ ਜਿਹੜੇ ਆਪਣੇ ਫੇਸਬੁੱਕ ਤੇ ਸੁਣ ਰਹੇ ਹੈਗੇ, ਜਿਨ੍ਹਾਂ ਨੇ ਅਜੇ ਤੱਕ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਨਹੀਂ ਮੰਨਿਆ। ਮੈਂ ਉਹਨਾਂ ਅੱਗੇ ਵੀ ਅਪੀਲ ਕਰਦਾ ਹੈਗਾ ਕਿ ਭੈਣੋ ਤੇ ਭਰਾਓ, ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹ ਸਭ ਨੂੰ ਪਿਆਰ ਕਰਨ ਵਾਲਾ ਪ੍ਰਭੂ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ। ਉਹ ਤੁਹਾਡੇ ਪਿਆਰ ਦੇ, ਸਾਡੇ ਦੁਨੀਆ ਦੇ ਪਿਆਰ ਦੇ ਲਈ ਉਹਦੇ ਵਿੱਚ ਲਿਖਿਆ ਹੈਗਾ, ਪਰਮੇਸ਼ਰ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਸੰਸਾਰ ਨਾਲ ਨਾ ਪਿਆਰ ਕੀਤਾ, ਇਹਦਾ ਮਤਲਬ ਸਾਰੀ ਦੁਨੀਆ ਉਹਦੇ ਚ ਆ ਗਈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ, ਔਰ ਉਹ ਕੀ ਚਾਹੁੰਦਾ ਹੈਗਾ ਕਿ ਤੁਸੀਂ ਵੀ ਆਪਾਂ ਸਾਰੇ ਮਿਲ ਕੇ ਉਹਦੇ ਕੋਲ ਅਨੰਤ ਜੀਵਨ ਪਾ ਸਕੀਏ। ਉਹ ਜੀਵਨ ਜਿਹਦਾ ਕੋਈ ਅੰਤ ਹੀ ਨਹੀਂ ਹੈਗਾ, ਹਮੇਸ਼ਾ ਤੱਕ ਰਹਿਣ ਵਾਲਾ। ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਸੰਸਾਰ ਨੂੰ ਦੰਡ ਦੇਵੇ, ਬਲਕਿ ਇਸ ਲਈ ਕਿ ਸੰਸਾਰ ਉਸ ਦੇ ਦੁਆਰਾ ਮੁਕਤੀ ਪ੍ਰਾਪਤ ਕਰੇ। ਆਪਣੇ ਕਮਿਊਨਿਟੀ ਦੇ ਲੋਕ ਮੁਕਤੀ 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 ਦੀ ਗੱਲ ਕਰਦੇ ਹੈ, ਲੇਕਿਨ ਪਤਾ ਹੈ ਨਹੀਂ ਮੁਕਤੀ ਦਾ ਮਤਲਬ ਕੀ ਹੈ। ਮੁਕਤੀ ਦਾ ਮਤਲਬ ਇਹ ਹੈਗਾ ਕਿ ਮੌਤ ਤੇ ਜੀਵਨ ਦੇ ਬੰਧਨ ਤੋਂ ਆਜ਼ਾਦ ਹੋ ਜਾਣਾ। ਮੁਕਤੀ ਦਾ ਮਤਲਬ ਹੈ ਪਾਪਾਂ ਤੋਂ ਮੁਆਫੀ ਅਤੇ ਅਨੰਤ ਜੀਵਨ, ਔਰ ਉਹ ਮੁਕਤੀ ਪ੍ਰਭੂ ਯਿਸੂ ਮਸੀਹ ਦੇ ਸਕਦਾ ਹੈ। ਅੱਜ ਉਹ ਆਪ ਨੂੰ ਇਹ ਮੁਕਤੀ ਦੇਣ ਵਾਸਤੇ ਤਿਆਰ ਹੈ। ਅੱਜ ਉਹ ਆਪ ਨੂੰ ਉਹ ਅਨੰਤ ਜੀਵਨ ਦੇਣ ਦੇ ਲਈ ਤਿਆਰ ਹੈ। ਆਪ ਨੂੰ ਕੀ ਕਰਨ ਦੀ ਜ਼ਰੂਰਤ ਹੈ? ਸਿਰਫ ਇਹ ਮੰਨ ਲੈਣਾ ਕਿ हे ਪਰਮੇਸ਼ਰ, ਮੈਂ ਪਾਪੀ ਹਾਂ। ਪ੍ਰਭੂ ਯਿਸੂ ਮਸੀਹ ਦੁਨੀਆ 'ਚ ਇਸ ਲਈ ਆਏ ਸੀਗੇ ਤਾਂ ਕਿ ਸਾਡੇ ਵਰਗੇ ਪਾਪੀਆਂ ਨੂੰ ਪਰਮੇਸ਼ਰ ਦਾ ਪਿਆਰ ਦਿਖਾ ਸਕੇ, ਔਰ ਉਹਨੇ ਸਾਡੇ ਪਿਆਰ ਦੇ ਵਿੱਚ ਸਾਡੇ ਪਾਪਾਂ ਦੇ ਲਈ ਆਪਣੀ ਜਾਨ ਸੂਲੀ ਦਿੱਤੀ, ਔਰ ਫਿਰ ਮਰ ਗਏ ਤੇ ਫਿਰ ਤੀਜੇ ਦਿਨ ਜ਼ਿੰਦਾ ਹੋ ਗਏ, ਔਰ ਅੱਜ ਉਹ ਜ਼ਿੰਦਾ ਹੈ। ਉਹਦੇ ਵਚਨ 'ਚ ਲਿਖਿਆ ਹੈ ਕਿ ਜੇ ਤੂੰ ਆਪਣੇ ਮੂੰਹ ਨਾਲ ਇਕਰਾਰ ਕਰੇ ਤੇ ਆਪਣੇ ਦਿਲ ਨਾਲ ਵਿਸ਼ਵਾਸ ਕਰੇ ਕਿ ਪ੍ਰਭੂ ਯਿਸੂ ਸਾਡੇ ਪਾਪਾਂ ਦੇ ਲਈ ਮੋਏ ਅਤੇ ਫਿਰ ਤੀਜੇ ਦਿਨ ਜ਼ਿੰਦਾ ਹੋ ਗਏ, ਤਾਂ ਤੂੰ ਮੁਕਤੀ ਪਾਵੇਗਾ, ਤੂੰ ਉद्धार ਪਾਵੇਗਾ, ਸਾਲਵੇਸ਼ਨ। ਇਹ ਆਪ ਦੇ ਲਈ ਅੱਜ ਹੀ ਉਪਲਬਧ ਹੈ। ਆਪਾਂ ਗੱਲ ਕਰ ਰਹੇ ਸੀਗੇ ਆਪਣੇ ਪਰਮੇਸ਼ਰ ਤੇ ਭਰੋਸਾ, ਕਿਉਂਕਿ ਅਸੀਂ ਪਰਮੇਸ਼ਰ ਤਾਂ ਵਫਾਦਾਰ ਹੈ ਔਰ ਪਰਮੇਸ਼ਰ ਸਾਡਾ ਭਰੋਸਾ ਹੈ। ਉਹ ਕਹਿੰਦਾ ਹੈਗਾ ਜਦੋਂ ਤੁਸੀਂ ਕਿਸੇ ਵੀ ਹਾਲਾਤ 'ਚ ਲੰਘੋ, ਮੈਂ ਤੁਹਾਡੇ ਨਾਲ ਹੋਵਾਂਗਾ। ਯਸ਼ਾਇਆ ਦੀ ਕਿਤਾਬ 'ਚ ਕਹਿੰਦੇ 44 ਅਧਿਆਏ ਵਿੱਚ ਕਿ ਜਦੋਂ ਤੂੰ ਪਾਣੀਆਂ ਵਿੱਚ ਲੰਘੇ ਤਾਂ ਮੈਂ ਤੇਰੇ ਨਾਲ ਹੋਵਾਂਗਾ, ਜਦੋਂ ਤੂੰ ਅੱਗ ਵਿੱਚ ਲੰਘੇ ਉਸ ਵੇਲੇ ਤੇਰੇ ਨਾਲ ਹੋਵਾਂਗਾ। ਥੋੜੀ ਦੇਰ ਵਾਸਤੇ ਸੋਚੀਏ, ਆਪਾਂ ਸਾਰੇ ਆਪਣੀ ਪਿਛਲੀ ਜ਼ਿੰਦਗੀ ਦੇਖੀਏ, ਕਿੰਨੇ ਉਤਾਰ ਚੜਾਅ ਆਪਣੀ ਜ਼ਿੰਦਗੀ 'ਚ ਆਏ ਹੈ। ਹਰ ਇੱਕ ਆਪਾਂ ਕਹਿ ਸਕਦੇ ਹਾਂ, ਲੇਕਿਨ ਜਦੋਂ ਆਪਾਂ ਸੋਚਦੇ ਕਿ ਉਹ ਮੈਂ ਕਿੱਦਾਂ ਨਿਕਲਿਆ ਉੱਥੇ, ਮੈਂ ਏਦਾਂ ਦੇ ਭੈੜੇ ਹਾਲਾਤ ਵਿੱਚ ਸੀਗਾ, ਲੇਕਿਨ ਅੱਜ ਮੈਂ ਬਿਲਕੁਲ ਠੀਕ ਠਾਕ ਹੈ। ਇਹ ਕੀ ਸੀਗਾ? ਇਹ ਪਰਮੇਸ਼ਰ ਦੀ ਵਫਾਦਾਰੀ ਸੀ। ਉਹ ਜਿੱਦਾਂ ਆਪਾਂ ਕਹਿੰਦੇ 40 ਜ਼ਬੂਰ 'ਚ, ਉਹ ਖਤਰੇ ਦੇ ਟੋਏ ਤੇ ਖੋਭਿਆਂ ਤੋਂ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਉਸ ਤੋਂ ਬਾਅਦ। ਉਹ ਚਟਾਨ ਕੌਣ ਹੈ? ਉਹ ਪ੍ਰਭੂ ਯਿਸੂ ਮਸੀਹ ਹੈ। ਉਹ ਕਹਿੰਦਾ ਹੈਗਾ ਜਦੋਂ ਮੈਂ, ਉਹ ਸਾਨੂੰ ਯਾਦ ਕਰਾਉਂਦਾ ਹੈਗਾ ਕਿ ਜਦੋਂ ਮੈਂ ਮੌਤ ਦੇ ਸਾਏ ਦੀ ਵਾਦੀ ਵਿੱਚ ਵੀ ਲੰਘਾਂ ਤਾਂ ਵੀ ਮੈਨੂੰ ਭੈ ਨਹੀਂ ਹੋਵੇਗਾ, ਕਿਉਂਕਿ ਤੂੰ ਮੇਰੇ ਨਾਲ ਹੈ। ਸੋ ਪ੍ਰਭੂ ਦਾ ਵਚਨ ਸਾਨੂੰ ਯਾਦ ਕਰਾਉਂਦਾ ਹੈਗਾ ਕਿ ਅਸੀਂ ਉਹਦੇ ਤੇ ਨਿਰਭਰ ਹੈਗੇ, ਔਰ ਉਹ ਸਾਨੂੰ ਸੰਭਾਲਦਾ ਹੈਗਾ, ਉਹ ਸਾਡੀ ਸਾਰੀ ਜ਼ਰੂਰਤਾਂ ਪੂਰਾ ਕਰੇਗਾ ਕਿ ਤੂੰ ਉਹਦੇ ਤੇ ਭਰੋਸਾ ਕਰ। ਇੱਕ ਹੋਰ ਭਜਨ ਹੈਗਾ, ਬਖਸ਼ੇਗਾ ਤੈਨੂੰ ਸਭ ਜੋ ਤੇਰੇ ਦਿਲ ਦੀ ਹੈ ਮੁਰਾਦ, ਬਖਸ਼ੇਗਾ ਤੈਨੂੰ ਸਭ ਜੋ ਤੇਰੇ ਦਿਲ ਦੀ ਹੈ ਮੁਰਾਦ, ਪੂਰਾ ਕਰੇਗਾ ਉਹ ਤੇਰਾ ਮਤਲਬ ਜ਼ਰਾ ਜ਼ਰਾ। ਇਹ ਭਜਨ 20 ਆਉਂਦਾ ਹੈ। ਉਹ ਪਰਮੇਸ਼ਰ ਜਾਣਦਾ ਹੈਗਾ
कि असी कौन है, सानू किहड़ी चीज़ की जरूरत है। सिर्फ ये चाहता हैगा कि असी उहदे ते भरोसा रखीए। और फिर आप जानते हैं कि मत्ती दे 6वें अध्याय विच प्रभु दसदा सानू उदाहरणां दे दे कि तुसी क्यों चिंता करदे हो, खाण लई, पीण लई, पहनण लई क्यों चिंता करदे हो। तुसी जानवरां पर देखो, घाह वल देखो कि मैं उन सब नूं सजाउंदा है। तां तुसी तां उहनां नालों बहुत ही वड्डा तुहाडा मुੱਲ है। तां की परमेश्वर जिहने सानू अपने सूप ते बनाया हैगा, कि वो सानू ये सारियां गल्लां प्रदान नहीं करेगा? करेगा और करदा भी हैगा। पर वो साडे कोल यही कहंदा हैगा कि सब तो पहलां तुसी स्वर्ग दे राज दी भाल करो। स्वर्ग दे राज कौन हैगा? प्रभु यीशु मसीह। वो हैगा, ਉਹਦੇ ਨਾਲ ਹੀ स्वर्ग ਦਾ ਰਾਜ ਆਉਂਦਾ ਹੈ। ਉਹਦੀ ਭਾਲ ਕਰੋ ਤਾਂ ਇਹ ਸਭ ਦੁਨੀਆ ਸਭ ਚੀਜ਼ਾਂ ਤੁਹਾਨੂੰ ਨਾਲ ਹੀ ਮਿਲ ਜਾਣਗੀਆਂ। ਉਹ ਆਪਣਾ ਜਿਹੜੇ ਉਹਦੇ ਸ਼ਰਧਾਲੂ ਹੈਗੇ ਉਹਨਾਂ ਤੋਂ ਉਹਨਾਂ ਨੂੰ ਕੋਈ ਵੀ ਚੀਜ਼ ਲੁਕੋ ਕੇ ਰੱਖਣਾ ਚਾਹੁੰਦਾ, ਉਹ ਸਭ ਪ੍ਰਦਾਨ ਕਰਨਾ ਚਾਹੁੰਦਾ ਹੈ। ਤਾਂ ਹੁਣ ਇਹਨਾਂ ਹਾਲਾਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਜਿਸ ਤਰ੍ਹਾਂ ਆਪ ਸਭ ਕਰਦੇ ਹੀ ਹੈ, ਆਪਾਂ ਨੂੰ ਪ੍ਰੇਅਰ 'ਚ ਬਹੁਤ ਸਮਾਂ ਲਾਉਣ ਦੀ ਜ਼ਰੂਰਤ ਹੈ। ਆਪਾਂ ਲਾਉਂਦੇ ਵੀ ਹੈਗੇ, ਲੇਕਿਨ ਜਿੰਨਾ ਲਾਉਂਦੇ ਉਹਦੇ ਨਾਲ ਹੋਰ ਲਾਉਣ ਦੀ ਜ਼ਿਆਦਾ ਜ਼ਰੂਰਤ ਹੈ। ਉਹਦੇ ਵਿੱਚ ਸਾਨੂੰ ਕਹਿੰਦਾ ਹੈਗਾ ਕਿ ਲਗਾਤਾਰ ਪ੍ਰੇਅਰ ਕਰਦੇ ਰਹੋ, ਉਹਦਾ ਧੰਨਵਾਦ ਕਰਦੇ ਰਹੋ। ਹਰ ਇੱਕ ਗੱਲ ਵਿੱਚ ਉਹਦਾ ਧੰਨਵਾਦ ਕਰੀਏ। give thanks in everything। ਹੁਣ ਚੰਗੇ ਕਈਆਂ ਤੇ ਆਪਣੇ ਇੰਨੇ ਚੰਗੇ ਹਾਲਾਤ ਨਹੀਂ ਹੈਗੇ, ਲੇਕਿਨ ਪ੍ਰਭੂ ਕਹਿੰਦਾ ਹੈਗਾ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹੈਗਾ, ਮੈਂ ਤੁਹਾਨੂੰ ਸੰਭਾਲੂਗਾ। ਉਹਨੇ ਕਿਹਾ ਹੈਗਾ I will never leave you nor forsake you। ਫਿਰ ਪ੍ਰਭੂ ਯਿਸੂ ਜੀ ਦੇ ਅੰਤਮ ਸ਼ਬਦ ਜਦੋਂ ਸਵਰਗ ਜਾਣ ਤੋਂ ਪਹਿਲਾਂ ਉਹਨੇ ਕਿਹਾ ਸੀਗਾ, ਦੇਖੋ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ, ਅੰਤ ਤੱਕ। ਸਾਡੇ ਲਈ ਕਿੰਨਾ ਖੁਸ਼ੀ ਦੀ ਗੱਲ ਹੈਗੀ, ਹੌਸਲੇ ਦੀ ਗੱਲ ਹੈਗੀ ਕਿ ਸਾਡਾ ਪਰਮੇਸ਼ਰ ਸਾਡੇ ਨਾਲ। ਫਿਰ ਸਾਨੂੰ ਕਿਸ ਦੀ ਕੀ ਜ਼ਰੂਰਤ ਹੈ ਜਿਸ ਉਹ ਸਾਡੇ ਨਾਲ ਹੈਗਾ। ਸੋ ਪ੍ਰਾਰਥਨਾ 'ਚ ਹੋਰ ਟਾਈਮ ਲਾਈਏ, ਇੱਕ ਦੂਜੇ ਲਈ ਪ੍ਰਾਰਥਨਾ ਕਰੀਏ, और खासकर इस बार वो प्रार्थना करिए जो प्रभु ने हमें सिखाई है, तेरी इच्छा पूरी होगी, तेरा राज आवे। ਉਹਦਾ ਰਾਜ ਆਉਣਾ ਹੀ ਆਉਣਾ ਹੈਗਾ, ਕਿਉਂਕਿ ਇਹ ਜਿਹੜੀਆਂ ਗੱਲਾਂ ਹੋ ਇਸ ਵੇਲੇ ਹੋ ਰਹੀਆਂ, ਜਿੱਦਾਂ ਲੱਗ ਕੇ ਜਾ ਰਹੇ ਹੈਗੇ, ਇਹ ਪ੍ਰਭੂ ਦੇ ਰਾਜ ਨੂੰ ਲਿਆਉਣ ਲਈ ਹੈਗੀਆਂ। ਅਜਾ ਹੋਰ ਵੀ ਗੱਲਾਂ ਪੂਰੀਆਂ ਹੋਣੀਆਂ ਹੈਗੀਆਂ, ਲੇਕਿਨ ਸਭ ਤੋਂ ਪ੍ਰਭੂ ਇਹੀ ਕਹਿੰਦਾ ਹੈਗਾ ਤੇਰੀ ਇੱਛਾ ਪੂਰੀ ਹੋਵੇ, ਤੇਰਾ ਜਿਸ ਤਰ੍ਹਾਂ ਸਵਰਗ 'ਚ ਪੂਰੀ ਹੁੰਦੀ ਹੈ, ਤੇਰਾ ਰਾਜ ਆਵੇ। तेरा राज मसीहा हुण इस जगत विच आवे, हर एक मोमन तेरा हुण ते तो मुक्ति पावे। साडी ये प्रार्थना हो जाएगी और फिर उहदे वचन च होर ज़्यादा समय लाइए। आना दिनां विच आपां नूं सब नूं बहुत टाइम मिलदा हैगा, क्योंकि सब लॉकडाउन होए हैगे, तां बजाए होर अपने कामां दे क्यों ना असीं प्रभु दे वचन च पढ़न च, सिੱਖਣ च, विचार करन च होर ज़्यादा उहदे ते टाइम लाइए, ताकि ਅਸੀਂ ਹੋਰ ਜ਼ਿਆਦਾ ਉਹਦੇ 'ਚ ਵੱਧ ਸਕੀਏ। ਔਰ ਫਿਰ ਜਦੋਂ ਆਪਣੀ ਗੱਲਬਾਤ ਹੁੰਦੀ ਕਿਸੇ ਦੇ ਨਾਲ, ਆਮ ਤੌਰ ਤੇ ਫੋਨ ਤੇ ਗੱਲਬਾਤ ਹੁੰਦੀ ਆਮ ਤੌਰ ਤੇ, ਤਾਂ ਕਿਉਂ ਨਾ ਅਸੀਂ ਜਦੋਂ ਮੌਕਾ ਮਿਲਦਾ ਹੈਗਾ ਲੋਕਾਂ ਦੇ ਨਾਲ ਪ੍ਰਭੂ ਦੇ ਮੁਕਤੀ ਦੇ ਪੈਗਾਮ ਨੂੰ ਸਾਂਝਾ ਕਰੀਏ। ਸ਼ੇਅਰ ਦਾ ਗੋਸਪਲ, ਕਿਉਂਕਿ ਪ੍ਰਭੂ ਜਿਹੜਾ ਵੇਟ ਕਰ ਰਿਹਾ ਹੈਗਾ ਉਹ ਇਹੀ ਵੇਟ ਕਰ ਰਿਹਾ ਹੈਗਾ ਕਿ ਉਹਨੇ ਕਿਹਾ ਸੀਗਾ ਕਿ ਇਸ ਸੁਸਮਾਚਾਰ ਦੀ ਪ੍ਰਚਾਰ ਸਾਰੇ ਮਾਨਵ ਜਾਤੀਆਂ ਵਿੱਚ ਗਵਾਹੀ ਦੇ ਤੌਰ ਤੇ ਕੀਤਾ ਜਾਵੇਗਾ, ਤਦ ਅੰਤ ਆ ਜਾਵੇਗਾ। ਤਾਂ ਪ੍ਰਭੂ ਜਿਹੜੀ ਚੀਜ਼ ਦੀ ਵੇਟ ਕਰ ਰਹੇ ਕਿ ਬਸ ਇਹੀ ਵੇਟ ਕਰ ਰਹੇ ਕਿ ਤਾਂ ਕਿ ਹਰ ਇੱਕ ਇਨਸਾਨ ਨੂੰ ਉਹਦੇ ਮੁਕਤੀ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲ ਜਾਵੇ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਹਰ ਇੱਕ ਜਿਹੜਾ ਸੁਣੇਗਾ ਉਹਨੂੰ ਮੰਨ ਲਵੇਗਾ, ਲੇਕਿਨ ਕੀ ਹੈਗਾ ਜੋ ਉਹਨਾਂ ਲਿਖਿਆ ਹੈਗਾ ਕਿ ਇਹ ਉਹਨਾਂ ਦੇ ਲਈ ਗਵਾਹੀ ਬਣ ਜਾਵੇਗਾ। ਇਟ ਵਿਲ ਬੀ ਅ ਟੈਸਟੀਮੋਨੀ ਟੂ ਦੈਮ, ਕਿਉਂਕਿ ਜਦੋਂ ਫਿਰ ਪਰਮੇਸ਼ਰ ਸਾਹਮਣੇ ਖੜੇ ਹੋਣਾ ਹੈਗਾ, ਉਹਨਾਂ ਸਿਰਫ ਇਹੀ ਪੁੱਛਣਾ ਕਿ ਮੇਰੇ ਸਾਥ ਸੇਵਕਾਂ ਨੇ ਤੁਹਾਨੂੰ ਮੇਰੇ ਪਿਆਰ ਦੇ ਬਾਰੇ, ਮੇਰੀ ਮੁਕਤੀ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਸੀਗਾ, और उसके सामने कोई झूठ नहीं बोल सकता। इंसाफ वो करेगा तब तू न बच सकेगा, झूठी कोई भी बातें तब तू न कह सकेगा।
फिर ਜਿਹੜੇ ਆਪਣੇ ਭੈਣ ਭਰਾ ਮਸੀਹੀ ਭੈਣ ਭਰਾ ਉਹਨਾਂ ਨੂੰ ਗੱਲਬਾਤ ਕਰੀਏ, ਫੋਨ ਕਰੀਏ, ਹੌਸਲਾ ਦਈਏ, ਤਸੱਲੀ ਦਈਏ। ਜੇ ਕੋਈ ਮੁਸ਼ਕਲ 'ਚ ਹੈਗਾ, ਬਿਮਾਰੀ 'ਚ ਹੈਗਾ, ਕਿਸੇ ਉਹਦੇ 'ਚ ਹੈਗਾ, ਤਾਂ ਜੋ ਕੁਝ ਆਪਾਂ ਕਰ ਸਕਦੇ ਹੈਗੇ ਆਪਾਂ ਉਹਨਾਂ ਲਈ ਕਰੀਏ। ਔਰ ਫਿਰ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਜਿੱਦਾਂ ਆਪਾਂ ਗੱਲ ਕਰੇ ਆਪਣੀ ਨਿਰਭਰਤਾ ਪਰਮੇਸ਼ਰ ਤੇ, ਤੇ ਜਦੋਂ ਆਪਾਂ ਆਪਣੀ ਜ਼ਿੰਦਗੀਆਂ ਵੱਲ ਦੇਖਦੇ ਹੈਗੇ ਆਪਾਂ ਸਾਰੇ ਕਹਿ ਸਕਦੇ ਹਾਂ ਕਿ ਪ੍ਰਭੂ ਨੇ ਮੈਨੂੰ ਬੜੀਆਂ ਮੁਸ਼ਕਲਾਂ 'ਚ ਕੱਢ ਕੇ ਅੱਜ ਮੈਨੂੰ ਇਸ ਸਥਾਨ ਤੇ ਲਿਆਂਦਾ ਹੈਗਾ ਕਿ ਮੈਂ ਪ੍ਰਭੂ ਦੀ ਜੈ ਜੈਕਾਰ ਕਰ ਸਕਦਾ ਹੈਗਾ, ਕਰ ਸਕਦੀ ਹੈ। ਪ੍ਰਭੂ ਆਪ ਸਭ ਨੂੰ ਹੋਰ ਜ਼ਿਆਦਾ ਮੌਕਾ ਬਖਸ਼ੇ, ਤੁਹਾਨੂੰ ਹੋਰ ਜ਼ਿਆਦਾ ਪ੍ਰਭੂ ਆਪਣੀ ਵਡਿਆਈ ਲਈ ਇਸਤੇਮਾਲ ਕਰੇ। ਔਰ ਆਪਾਂ ਪ੍ਰਾਰਥਨਾ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਲੋਕੀ ਆਪਣੀਆਂ ਅੱਖਾਂ ਇਹ ਦੁਨੀਆ ਦੀਆਂ ਗੱਲਾਂ ਤੇ ਛੱਡ ਕੇ ਉਸ ਪਰਮੇਸ਼ਰ ਵੱਲ ਆਉਣ ਜਿਹਨੇ ਸਾਨੂੰ ਸਾਜਿਆ ਹੈਗਾ, ਔਰ ਆਪਣੇ ਪਾਪਾਂ ਤੋਂ ਤੌਬਾ ਕਰਕੇ ਉਹਦੇ ਕੋਲੋਂ ਮੁਕਤੀ ਪ੍ਰਾਪਤ ਕਰਨਾ। ਪ੍ਰਭੂ ਆਪ ਸਭ ਨੂੰ ਆਪਣੀਆਂ ਅਸੀਸਾਂ ਨਾਲ ਮਾਲਾ ਮਾਲ ਕਰੇ। Praise the Lord. Thank you, Pastor Patti ji, for wonderful message. याद कराना है कि